ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ ਹਾਂ ਜੋ ਹਫਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਵਰੁਣ ਕੌਰ ਮਾਨ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਗਿਰੋਹ ਦਾ ਪਰਦਾਫਾਸ਼। ਅਮਰੀਕਾ ਵਿੱਚ ਮਨੁੱਖੀ ਤਸਕਰੀ ਦੀਆਂ 3 ਵੱਖ-ਵੱਖ ਘਟਨਾਵਾਂ ਵਿੱਚ 6 ਹੋਰ ਪ੍ਰਵਾਸੀਆਂ ਦੀ ਮੌਤ, 10 ਨੂੰ ਗਿਆ ਬਚਾਇਆ। H1B ਵੀਜ਼ਾ ਨਿਯਮ ਬਦਲੇਗਾ, ਅਮਰੀਕਾ ਗ੍ਰੀਨ ਕਾਰਡ ਹਾਸਲ ਕਰਨਾ ਹੋਵੇਗਾ ਸੁਖਾਲਾ। ਭਾਰਤ ਨੇ ਕੈਨੇਡਾ, UK, ਅਮਰੀਕਾ ਕਈ ਦੇਸ਼ਾਂ ਕੋਲੋਂ ਵਿਦਿਆਰਥੀ ਵੀਜ਼ੇ ਦੀ ਮਨਜ਼ੂਰੀ ਵਿੱਚ ਦੇਰੀ ਦਾ ਉਠਾਇਆ ਮੁੱਦਾ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਤੇਜ਼। ਕੈਨੇਡਾ ਦੇ ਹਵਾਈ ਯਾਤਰੀਆਂ ਨੂੰ ਮਿਲੀ ਵੱਡੀ ਸਹੂਲਤ। ਕੈਨੇਡਾ ਦੇ ਪਾਸਪੋਰਟ ਦਫ਼ਤਰਾਂ ਅੱਗੇ ਵੀ ਲੱਗੀਆਂ ਲੰਬੀਆਂ ਕਤਾਰਾਂ। ਕਰੋਨਾ ਕਾਲ ਤੋਂ ਬਾਅਦ ਕੈਨੇਡਾ ਵਿੱਚ ਵਧੀ ਰੋਜ਼ਗਾਰ ਦਰ, ਵਰਕਰਾਂ ਦੀ ਡਿਮਾਂਡ ਵਿੱਚ ਹੋਇਆ ਵਾਧਾ। ਕੈਨੇਡਾ ਇਮੀਗ੍ਰੇਸ਼ਨ ਵੱਲੋਂ ਵਰਕ ਪਰਮਿਟ ਅੱਗੇ ਵਧਾਉਣ ਲਈ ਵੱਡਾ ਐਲਾਨ। ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲਈ ਐਕਸਪ੍ਰੈਸ ਐਂਟਰੀ ਡਰਾ 6 ਜੁਲਾਈ ਤੋਂ। ਵਿਦਿਆਰਥੀਆਂ ਲਈ ਖੁਸ਼ਖਬਰੀ, ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਸੰਬੰਧੀ ਲਿਆ ਅਹਿਮ ਫੈਸਲਾ। ਕੈਨੇਡਾ ਦੀ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਹੋਵੇਗੀ ਤੇਜ਼। ਭਾਰਤੀ ਵਿਦਿਆਰਥੀਆਂ ਦੀ ਵਾਪਸੀ ਵਾਸਤੇ ਮੰਨਿਆ ਚੀਨ। ਭਾਰਤ ਵਿੱਚ ਵਿਦੇਸ਼ੀ ਉਡਾਣਾਂ ਦੇ 2% ਯਾਤਰੀਆਂ ਦੇ RT-PCR ਟੈਸਟ ਕਰਨ ਸੂਬੇ ਕੇਂਦਰ। ਇਸ ਹਫ਼ਤੇ ਅਮਰੀਕਾ ਦੇ ਟੈਕਸਾਸ ਵਿੱਚ ਮੈਕਸੀਕੋ ਤੋਂ ਆਏ ਟਰੱਕ ਅੰਦਰੋਂ ਲਾਸ਼ਾਂ ਮਿਲੀਆਂ ਸਨ। ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਟਰੱਕ ਵਿੱਚ ਭਰ ਕੇ ਲਿਆਂਦੇ ਗਏ ਸਨ। ਇਸ ਭਿਆਨਕ ਘਟਨਾ ਕਾਰਨ ਸ਼ਰਨਾਰਥੀਆਂ ਦਾ ਮੁੱਦਾ ਫਿਰ ਭਖ ਗਿਆ ਹੈ। ਇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਹਾਲ ਦੇ ਸਾਲਾਂ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਦੇ ਮਾਮਲੇ ਵਿੱਚ ਭਾਰਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲ ਹੀ ਵਿੱਚ ਇੱਕ ਅਮਰੀਕੀ ਸੰਘੀ ਏਜੰਸੀ ਨੇ ਇੱਕ ਗਰੋਹ ਦਾ ਵੀ ਪਰਦਾਫਾਸ਼ ਕੀਤਾ ਜੋ ਕੈਨੇਡੀਅਨ ਸਰਹੱਦ ਤੋਂ ਭਾਰਤੀਆਂ ਦੇ ਗੈਰ ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦਿੰਦਾ ਸੀ। ਗਰੋਹ ਦੇ ਸਰਗਨਾ ਜਸਪਾਲ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕੈਲੀਫੋਰਨੀਆ ਤੋਂ ਇਸ ਨੈਟਵਰਕ ਨੂੰ ਚਲਾਉਂਦਾ ਸੀ। ਜਾਂਚ ਵਿੱਚ ਸ਼ਾਮਲ ਇੱਕ ਸੰਘੀ ਏਜੰਟ ਨੇ ਦੱਸਿਆ ਕਿ ਇਸ ਗਰੋਹ ਨੇ ਹਜ਼ਾਰਾਂ ਭਾਰਤੀਆਂ ਨੂੰ ਉਬੇਰ ਕੈਬ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਾਇਆ। ਗਿੱਲ ਨੇ ਹਰੇਕ ਵਿਅਕਤੀ ਕੋਲੋਂ 23 ਤੋਂ 55 ਲੱਖ ਰੁਪਏ ਵਸੂਲ ਕੀਤੇ। ਇਹਨਾਂ ਲੋਕਾਂ ਨੂੰ ਟੂਰਿਸਟ ਵੀਜ਼ੇ ਤੇ ਕੈਨੇਡਾ ਲਿਆਂਦਾ ਜਾਂਦਾ ਹੈ। ਇੱਥੇ ਇਹਨਾਂ ਨੂੰ ਫਰਜ਼ੀ ਦਸਤਾਵੇਜ਼ਾਂ ਤੇ ਉਬੇਰ ਕੈਬ ਰਾਹੀਂ ਅਮਰੀਕਾ ਲਿਆਂਦਾ ਜਾਂਦਾ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਭਾਰਤੀ ਤੀਜਾ ਵੱਡਾ ਹਿੱਸਾ ਨੇ। ਅਮਰੀਕਾ ਵਿੱਚ ਰਹਿ ਰਹੇ 1 ਕਰੋੜ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 6 ਲੱਖ ਭਾਰਤੀ ਨੇ। ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਫੜੇ ਗਏ ਲੋਕਾਂ ਵਿੱਚ 2007 ਵਿੱਚ 76 ਭਾਰਤੀ, 2019 ਵਿੱਚ 7600 ਭਾਰਤੀ ਅਤੇ 2021 ਵਿੱਚ 2600 ਭਾਰਤੀ ਫੜੇ ਗਏ ਸੀ। ਇਸ ਸਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵਿੱਚ 40% ਭਾਰਤੀ, 80% ਚੀਨ ਦੇ ਤੇ 99% ਫਿਲੀਪੀਨ ਦੇ ਨਾਗਰਿਕ ਫੜੇ ਗਏ। ਹੋਮਲੈਂਡ ਸਿਕਿਉਰਿਟੀ ਏਜੰਟ ਡੇਵਿਡ ਪੀਟਰਸ ਨੇ ਦੱਸਿਆ ਕਿ ਉਬੇਰ ਜ਼ਰੀਏ ਏਸ਼ੀਆ, ਖਾਸ ਕਰਕੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਆਂਦਾ ਜਾ ਰਿਹਾ। ਕਾਨੂੰਨੀ ਪੇਚੀਦਗੀਆਂ ਨਾਲ ਨਜਿੱਠਣ ਲਈ ਅਕਸਰ ਉਹਨਾਂ ਕੋਲ ਜਾਲੀ ਦਸਤਾਵੇਜ਼ ਹੁੰਦੇ ਨੇ। ਗਿੱਲ ਗੈਂਗ ਦੇ 17 ਉਬੇਰ ਖਾਤੇ ਮਿਲੇ ਨੇ। ਉਸਨੇ ਇੱਕ ਖਾਤੇ ਨਾਲ 90 ਯਾਤਰਾਵਾਂ ਕੀਤੀਆਂ। ਇਸ ਗਰੋਹ ਨੇ ਲਗਭਗ 1530 ਚੱਕਰ ਲਗਾਏ ਤੇ ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ ਅੰਦਰ ਲਿਆਂਦਾ। ਭਾਰਤੀ ਅਮਰੀਕੀ ਜਾਣ ਦੇ ਲਈ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਨੇ, ਯਾਨੀ ਕਿ ਭਾਰਤ ਦੇ ਲੋਕ ਅਮਰੀਕਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਰਹੇ ਨੇ। ਇਸ ਸਾਲ 21 ਜਨਵਰੀ ਨੂੰ ਅਮਰੀਕਾ ਤੋਂ ਸਿਰਫ 30 ਫੁੱਟ ਦੂਰ ਕੈਨੇਡਾ ਵਿੱਚ ਇੱਕ ਗੁਜਰਾਤੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਫ਼ ਵਿੱਚ ਦੱਬੀਆਂ ਮਿਲੀਆਂ ਸੀ। ਪਰਿਵਾਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਪ੍ਰਵਾਸ ਕਰਨਾ ਚਾਹੁੰਦਾ ਸੀ ਅਤੇ ਬਰਫ਼ ਦੇ ਤੋਦੇ ਦੀ ਮਾਰ ਹੇਠ ਆ ਗਿਆ ਸੀ। ਇਸੇ ਤਰ੍ਹਾਂ ਪਿਛਲੇ ਦਿਨੀ ਅਮਰੀਕੀ ਸਰਹੱਦ ਤੇ ਗਸ਼ਤੀ ਟੀਮ ਨੇ ਡੁੱਬਦੀ ਕਿਸ਼ਤੀ ਵਿੱਚੋਂ 6 ਭਾਰਤੀਆਂ ਨੂੰ ਬਚਾਇਆ ਸੀ। ਉਹਨਾਂ ਖਿਲਾਫ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਪਾਏ ਜਾਣ ਤੇ ਉਹਨਾਂ ਨੂੰ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਕਸਟਮ ਟੈਕਸ ਅਤੇ ਬਾਰਡਰ ਪ੍ਰੋਟੈਕਸ਼ਨ ਸਕੁਐਡ ਨੇ ਅਪ੍ਰੈਲ 'ਚ ਕੈਨੇਡਾ ਤੋਂ ਗੈਰ ਕਾਨੂੰਨੀ ਤੌਰ ਤੇ ਆਉਣ ਵਾਲੇ ਯਾਨੀ ਕਿ ਅਮਰੀਕਾ ਆਉਣ ਵਾਲੇ 1197 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਣਤੀ ਇਸ ਰੂਟ ਤੇ ਫੜੇ ਗਏ ਕੁੱਲ ਲੋਕਾਂ ਦਾ 13% ਹੈ। ਕੈਨੇਡਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸ ਦਾ ਨਵਾਂ ਗੇਟਵੇ ਬਣ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਰਸਤੇ ਤੋਂ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਵਿੱਚ 20 ਤੋਂ 30% ਭਾਰਤੀ ਨੇ। ਦਰਅਸਲ ਅਮਰੀਕਾ ਮੈਕਸੀਕੋ ਸਰਹੱਦ ਤੇ ਸਖਤ ਨਿਗਰਾਨੀ ਤੋਂ ਬਾਅਦ ਲੋਕ ਉੱਤਰੀ ਸਰਹੱਦ ਵੱਲ ਖਿੱਚੇ ਗਏ। ਇਸ ਸਾਲ ਗੈਰ ਕਾਨੂੰਨੀ ਢੰਗ ਨਾਲ ਫੜੇ ਗਏ ਭਾਰਤੀਆਂ ਵਿੱਚੋਂ 40% ਕੈਨੇਡਾ ਤੋਂ ਦਾਖਲ ਹੋਏ। ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜੇ ਗਏ 80% ਚੀਨੀ ਅਤੇ 99% ਫਿਲੀਪੀਨ ਦੇ ਨਾਗਰਿਕ ਕੈਨੇਡਾ ਤੋਂ ਦਾਖਲ ਹੋਏ ਸਨ।
ਇਸ ਹਫ਼ਤੇ ਅਮਰੀਕਾ ਦੇ ਟੈਕਸਾਸ ਰਾਜ ਵਿੱਚ 24 ਘੰਟਿਆਂ ਦੌਰਾਨ ਮਨੁੱਖੀ ਤਸਕਰੀ ਦੀਆਂ 3 ਵੱਖ-ਵੱਖ ਘਟਨਾਵਾਂ ਵਿੱਚ 6 ਪ੍ਰਵਾਸੀਆਂ ਦੀ ਮੌਤ ਹੋ ਗਈ, ਜਦਕਿ 10 ਨੂੰ ਬਚਾ ਲਿਆ ਗਿਆ। ਤੇ ਇਸੇ ਹਫ਼ਤੇ ਵੀ ਐਂਟੋਨੀਓ ਟੈਕਸਾਸ ਵਿੱਚ ਲਾਵਾਰਸ ਖੜੇ ਇੱਕ ਟਰੱਕ ਟ੍ਰੇਲਰ ਵਿੱਚੋਂ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ, ਜੋ ਕਿ 53 ਸਨ। ਅਮਰੀਕਾ ਦੇ ਇਤਿਹਾਸ ਵਿੱਚ ਮਨੁੱਖੀ ਤਸਕਰੀ ਦੀ ਇਹ ਸਭ ਤੋਂ ਭਿਆਨਕ ਘਟਨਾ ਮੰਨੀ ਜਾ ਰਹੀ ਹੈ। ਤਾਜ਼ਾ ਘਟਨਾ ਵਿੱਚ ਐਨਸਿਨਲ ਟੈਕਸਾਸ ਵਿੱਚ ਯੂਐਸ ਬਾਰਡਰ ਗਸ਼ਤੀ ਦਲ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇਸੇ ਹਫ਼ਤੇ ਇੱਕ ਚਿੱਟੇ ਰੰਗ ਦੀ ਐਸਯੂਵੀ ਜੀਪ ਇੰਟਰਸਟੇਟ 35 ਰਾਸ਼ਟਰੀ ਮਾਰਗ ਉੱਪਰ ਤੇਜ਼ ਰਫ਼ਤਾਰ ਨਾਲ ਨਿਕਲ ਗਈ, ਜਿਸ ਦਾ ਪਿੱਛਾ ਕੀਤਾ ਗਿਆ। ਲਾਰੇਡੋ ਦੇ ਉੱਤਰ ਵਿੱਚ ਤਕਰੀਬਨ 40 ਮੀਲ ਦੂਰ ਜਾ ਕੇ ਇਹ ਜੀਪ ਆਪਣਾ ਸੰਤੁਲਨ ਗਵਾ ਕੇ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਸਵਾਰ 4 ਪ੍ਰਵਾਸੀ ਮੌਕੇ ਉੱਪਰ ਮ੍ਰਿਤਕ ਐਲਾਨ ਦਿੱਤੇ ਗਏ। ਹਾਈਵੇ ਪੈਟਰੋਲ ਸਰਜੈਂਟ ਐਰਿਕ ਔਸਟਾਡਾ ਅਨੁਸਾਰ ਇਸ ਘਟਨਾ ਦੀ ਮਨੁੱਖੀ ਤਸਕਰੀ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ। ਜੀਪ ਦੇ ਡਰਾਈਵਰ ਦੀ ਹਾਲਤ ਗੰਭੀਰ ਹੈ, ਜਦਕਿ ਜੀਪ ਵਿੱਚ ਸਵਾਰ 2 ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਵੀ ਕਰਵਾਇਆ ਗਿਆ ਸੀ। ਮਾਰੇ ਗਏ 2 ਵਿਅਕਤੀ ਗੁਆਟੇਮਾਲਾ ਤੇ ਇੱਕ ਵਿਅਕਤੀ ਮੈਕਸੀਕੋ ਦਾ ਹੈ। ਚੌਥੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਜ਼ਖਮੀ ਹੋਏ 2 ਵਿਅਕਤੀਆਂ ਵੀ ਗੁਆਟੇਮਾਲਾ ਦੇ ਨੇ, ਜਦਕਿ ਡਰਾਈਵਰ ਅਮਰੀਕਾ ਦਾ ਹੀ ਹੈ। ਮਨੁੱਖੀ ਤਸਕਰੀ ਦੀ ਦੂਸਰੀ ਘਟਨਾ ਵਿੱਚ ਟੈਕਸਾਸ ਦੇ ਪਾਲਮ ਵਿਊ ਵਿੱਚ ਮੈਕੇਲਨ ਨੇੜੇ ਇੱਕ ਵਾਹਨ ਬਾਰਡਰ ਅਧਿਕਾਰੀਆਂ ਤੋਂ ਅੱਖ ਬਚਾ ਕੇ ਨਿਕਲਣ ਜਾਣ ਦੀ ਕੋਸ਼ਿਸ਼ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 2 ਵਿਅਕਤੀ ਮਾਰੇ ਗਏ। ਇੱਕ ਵਿਅਕਤੀ ਤੇ ਇੱਕ ਔਰਤ ਦੀ ਹਾਲਤ ਗੰਭੀਰ ਹੈ। ਮਨੁੱਖੀ ਤਸਕਰੀ ਦੇ ਇੱਕ ਹੋਰ ਮਾਮਲੇ ਵਿੱਚ ਈਗਲ ਰਸਤੇ ਦੇ ਅਧਿਕਾਰੀਆਂ ਨੇ ਇੱਕ ਕੰਟੇਨਰ ਵਿੱਚ ਬੰਦ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਸਮੇਂ ਸਿਰ ਪਤਾ ਲੱਗ ਜਾਣ ਕਾਰਨ ਇਹਨਾਂ ਲੋਕਾਂ ਦੀ ਜਾਨ ਬਚ ਗਈ ਹੈ। ਦਿਨ ਬ ਦਿਨ ਅਮਰੀਕਾ ਵਿੱਚ ਇਹ ਘਟਨਾਵਾਂ ਵਾਪਰ ਰਹੀਆਂ ਨੇ। ਅਮਰੀਕਾ H1B ਵੀਜ਼ਾ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਪਹਿਲ ਕਰਨ ਜਾ ਰਿਹਾ। ਜੀ ਹਾਂ, ਇਸ ਹਫ਼ਤੇ ਮਿਲੀ ਇਸ ਖਬਰ ਦੇ ਅਨੁਸਾਰ ਇਸ ਪਹਿਲ ਸਦਕਾ ਸਟਾਰਟਅਪ ਕੰਪਨੀਆਂ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਨੌਕਰੀ ਤੇ ਰੱਖ ਸਕਣਗੀਆਂ। ਇਹ ਨਹੀਂ, ਗ੍ਰੀਨ ਕਾਰਡ ਹਾਸਲ ਕਰਨਾ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਖਾਲਾ ਹੋ ਜਾਏਗਾ। ਅਮਰੀਕਾ ਦੇ ਇਸ ਕਦਮ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਏਗਾ, ਕਿਉਂਕਿ ਭਾਰਤ ਦੀਆਂ ਕਈ ਕੰਪਨੀਆਂ ਇਸੇ ਵੀਜ਼ਾ ਰਾਹੀਂ ਅਮਰੀਕਾ 'ਚ ਕੰਮ ਕਰਦੀਆਂ ਨੇ। ਦਰਅਸਲ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ H1B ਵੀਜ਼ਾ ਦੇ ਨਿਯਮਾਂ ਵਿੱਚ ਕਈ ਬਦਲਾਅ ਕਰਨ ਦਾ ਪ੍ਰਸਤਾਵ ਰੱਖਿਆ। ਇਹ ਪ੍ਰਸਤਾਵ 2023 ਦੇ ਰੈਗੂਲੇਟਰੀ ਏਜੰਡੇ ਦਾ ਹਿੱਸਾ ਹੈ। ਇਸ ਵਿੱਚ ਦੂਜੇ ਰੈਗੂਲੇਸ਼ਨਸ ਨੂੰ ਵੀ ਸੋਧਣਾ ਸ਼ਾਮਲ ਹੈ, ਜਿਸ ਨਾਲ ਇਹ ਪ੍ਰਕਿਰਿਆ ਹੋਰ ਜ਼ਿਆਦਾ ਸੁਚਾਰੂ ਹੋਏਗੀ ਅਤੇ H1B ਰਜਿਸਟ੍ਰੇਸ਼ਨ ਸਿਸਟਮ 'ਚ ਧੋਖਾਦੇਹੀ ਅਤੇ ਦੁਰਵਰਤੋਂ ਦੀਆਂ ਸੰਭਾਵਨਾਵਾਂ ਘੱਟ ਕਰੇਗੀ। ਇਹਨਾਂ ਪ੍ਰਸਤਾਵਿਤ ਬਦਲਾਅ ਤੋਂ ਇੱਕ 'ਚ ਬਦਲਾਅ H1B ਵੀਜ਼ਾ ਅਤੇ ਗ੍ਰੀਨ ਕਾਰਡ ਹੋਲਡਰਜ਼ ਲਈ ਮੌਜੂਦ ਤਨਖਾਹ ਦਰਾਂ ਨੂੰ ਵਧਾਉਣ ਦਾ ਵੀ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ, ਕੈਨੇਡਾ, UK, ਅਮਰੀਕਾ, ਜਰਮਨੀ ਤੇ ਕਈ ਹੋਰ ਦੇਸ਼ਾਂ ਕੋਲ ਵਿਦਿਆਰਥੀਆਂ ਨੂੰ ਵੀਜ਼ੇ ਦੇਣ 'ਚ ਹੋ ਰਹੀ ਦੇਰੀ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਇਆ। ਭਾਰਤ ਦੇ ਹਜ਼ਾਰਾਂ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਅਤੇ ਆਫਲਾਈਨ ਪੜ੍ਹਾਈ ਲਈ ਇਹਨਾਂ ਦੇਸ਼ਾਂ ਵਿੱਚ ਵਾਪਸ ਪਰਤਣਾ ਚਾਹੁੰਦੇ ਨੇ, ਪਰ ਵੀਜ਼ਾ ਪ੍ਰਕਿਰਿਆ ਵਿੱਚ ਬਹੁਤ ਦੇਰੀ ਹੋ ਰਹੀ ਹੈ। ਭਾਰਤ ਨੇ ਇਹਨਾਂ ਸੰਬੰਧਿਤ ਦੇਸ਼ਾਂ ਕੋਲ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਫਾਸਟ ਟਰੈਕ ਤਹਿਤ ਕਰਨ ਲਈ ਜ਼ੋਰਦਾਰ ਮੰਗ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਆਰੰਦਮ ਬਗਾਚੀ ਨੇ ਦੱਸਿਆ ਹੈ ਕਿ ਗੱਲਬਾਤ ਨੂੰ ਉਸਾਰੂ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਮੁੜ ਤੇਜ਼ ਕੀਤੀ ਜਾ ਰਹੀ ਹੈ। ਜੀ ਹਾਂ, ਬਾਈਡਨ ਸਰਕਾਰ ਨੇ ਇੱਕ ਫੈਡਰਲ ਅਦਾਲਤ ਦੇ ਫੈਸਲੇ ਦੀ ਪਾਲਣਾ ਕਰਦਿਆਂ ਆਪਣੇ ਉਹਨਾਂ ਹੁਕਮਾਂ ਨੂੰ ਮੁਅੱਤਲ ਕਰ ਦਿੱਤਾ, ਜਿਨ੍ਹਾਂ ਤਹਿਤ ਅਮਰੀਕਾ ਵਿੱਚ ਨਜਾਇਜ਼ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਤੇ ਰੋਕ ਲਗਾ ਦਿੱਤੀ ਗਈ ਸੀ। ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਉਹ ਅਦਾਲਤੀ ਹੁਕਮ ਮੰਨਣ ਲਈ ਪਾਬੰਦ ਹੈ, ਪਰ ਇਹਨਾਂ ਹੁਕਮਾਂ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਾ ਰਹੀ ਹੈ। ਉਧਰ ਪ੍ਰਵਾਸੀਆਂ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ਬੇਹੱਦ ਚਿੰਤਤ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀਆਂ ਵਾਸਤੇ ਘਰੋਂ ਨਿਕਲਣਾ ਦੁੱਭਰ ਹੋ ਜਾਏਗਾ, ਕਿਉਂਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਾਲੇ ਕਿਸੇ ਵੀ ਵੇਲੇ ਗ੍ਰਿਫਤਾਰ ਕਰ ਸਕਦੇ ਨੇ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਹੁਣ ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ 'ਚ ਹਵਾਈ ਯਾਤਰੀਆਂ ਨੂੰ ਰੱਦ ਹੋਈਆਂ ਫਲਾਈਟਸ ਤੇ ਪੈਸੇ ਜਲਦੀ ਵਾਪਸ ਮਿਲਣੇ ਸ਼ੁਰੂ ਹੋ ਜਾਣਗੇ। ਇਸ ਹਫ਼ਤੇ ਲਾਗੂ ਹੋਏ ਨਵੇਂ ਫਲਾਈਟ ਰਿਫੰਡ ਨਿਯਮ ਤਹਿਤ 8 ਸਤੰਬਰ ਤੋਂ ਯਾਤਰੀਆਂ ਨੂੰ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਏਗੀ। ਇਸ ਤਹਿਤ ਹਵਾਈ ਯਾਤਰੀ ਰੱਦ ਹੋਈ ਫਲਾਈਟ ਦੇ ਪੂਰੇ ਪੈਸੇ ਰਿਫੰਡ ਕਰਵਾ ਸਕਦੇ ਨੇ। ਜੇਕਰ ਉਹ ਰਿਫੰਡ ਨਹੀਂ ਕਰਵਾਉਣਾ ਚਾਹੁੰਦੇ ਤਾਂ ਉਹਨਾਂ ਕੋਲ ਫਲਾਈਟ ਦੀ ਦੁਬਾਰਾ ਬੁਕਿੰਗ ਦਾ ਬਦਲ ਵੀ ਮੌਜੂਦ ਹੋਏਗਾ। ਮਿਸੀਸਾਗਾ ਦੇ ਪੀਅਰਸਨ 에ਅਰਪੋਰਟ ਸਣੇ ਇਹ ਨਿਯਮ ਕੈਨੇਡਾ ਦੇ ਸਾਰੇ ਹਵਾਈ ਅੱਡਿਆਂ ਤੇ ਲਾਗੂ ਹੋ ਜਾਣਗੇ। ਕਰੋਨਾ ਪਾਬੰਦੀਆਂ ਵਿੱਚ ਢਿੱਲ ਮਿਲਣ ਅਤੇ ਮਹਾਮਾਰੀ ਦਾ ਖੌਫ ਮਨ ਵਿੱਚੋਂ ਨਿਕਲਣ ਮਗਰੋਂ ਕੈਨੇਡਾ ਦੇ ਹਵਾਈ ਅੱਡਿਆਂ ਤੇ ਪਾਸਪੋਰਟ ਦਫ਼ਤਰਾਂ ਵਿੱਚ ਲੋਕਾਂ ਦਾ
ਹੜ ਜਿਹਾ ਆ ਗਿਆ। 에ਅਰਪੋਰਟਸ ਦੀ ਤਰ੍ਹਾਂ ਪਾਸਪੋਰਟ ਦਫ਼ਤਰ ਵਿੱਚ ਵੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਖਾਸ ਤੌਰ ਤੇ ਮੌਂਟਰੀਅਲ ਦੇ ਕੁਝ ਪਾਸਪੋਰਟ ਦਫ਼ਤਰਾਂ ਵਿੱਚ ਤਾਂ ਜ਼ਿਆਦਾ ਹੀ ਭੀੜ ਦਿਖਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਟਰੂਡੋ ਸਰਕਾਰ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਇਸ ਤੇ ਉਸਨੂੰ ਬਾਰ-ਬਾਰ ਸਫਾਈ ਦੇਣੀ ਪੈ ਰਹੀ ਹੈ। ਜਿੱਥੇ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸੰਬੰਧੀ ਬਿਆਨ ਜਾਰੀ ਕੀਤਾ ਸੀ, ਉੱਥੇ ਕੈਨੇਡਾ ਦੀ ਪਰਿਵਾਰਕ ਮਾਮਲਿਆਂ ਬਾਰੇ ਮੰਤਰੀ ਕਰੀਨਾ ਗੋਲਡ ਨੇ ਕਿਹਾ ਕਿ ਪਾਸਪੋਰਟ ਦਫ਼ਤਰਾਂ 'ਚ ਭੀੜ ਘਟਾਉਣ ਲਈ ਹੋਰ ਸਟਾਫ ਭਰਤੀ ਕੀਤਾ ਜਾ ਰਿਹਾ ਹੈ। ਕੋਰੋਨਾ ਕਾਲ ਤੋਂ ਬਾਅਦ ਕੈਨੇਡਾ ਵਿੱਚ ਰੋਜ਼ਗਾਰ ਦਰ ਵੱਧ ਗਈ ਹੈ। ਇਸ ਕਾਰਨ ਕੈਨੇਡਾ ਵਿੱਚ ਵਰਕਰਸ ਦੀ ਡਿਮਾਂਡ ਵੀ ਵੱਧ ਗਈ ਹੈ, ਉਹਨਾਂ 'ਚ ਤੇਜ਼ੀ ਆਈ ਹੈ। ਇੱਥੋਂ ਦੀ ਆਬਾਦੀ ਲਗਾਤਾਰ ਵੱਧਦੀ ਔਸਤ ਉਮਰ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਇਸ ਸਮੇਂ ਕੈਨੇਡਾ ਵਿੱਚ ਔਸਤ ਮੱਧ ਉਮਰ 41.1 ਸਾਲ ਪਹੁੰਚ ਗਈ ਹੈ। ਸਾਲ 2000 ਵਿੱਚ ਇਹ 36.8 ਸੀ। ਦੂਜੇ ਪਾਸੇ ਕੈਨੇਡਾ ਦੀ ਅਰਥ ਵਿਵਸਥਾ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਵੱਧਦੀ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਕੰਮ ਕਰਨ ਵਾਲਿਆਂ ਦੀ ਲੋੜ ਹੈ, ਜੋ ਕਿ ਪ੍ਰਵਾਸੀਆਂ ਤੋਂ ਹੀ ਪੂਰੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਲਗਭਗ 8.5 ਲੱਖ ਪੰਜਾਬੀ ਰਹਿੰਦੇ ਨੇ ਅਤੇ ਹਰ ਸਾਲ ਔਸਤਨ 20,000 ਪੰਜਾਬੀਆਂ ਨੂੰ PR ਮਿਲਦੀ ਹੈ। ਮਾਰਚ 2021 ਵਿੱਚ ਕੈਨੇਡਾ 'ਚ ਕੋਵਿਡ-19 ਪੀਕ ਤੇ ਸੀ। ਉਸ ਸਮੇਂ ਵੀ ਅਜਿਹੇ ਵਿੱਚ ਵੀ ਕੁਝ ਸੈਕਟਰਸ ਅਜਿਹੇ ਸਨ ਜਿੱਥੇ ਵਰਕਰਸ ਅਤੇ ਪ੍ਰੋਫੈਸ਼ਨਲਸ ਦੀ ਮੰਗ ਸੀ। ਕੁੱਲ ਅਸਾਮੀਆਂ 6,32,000 ਤੋਂ ਵੱਧ ਸੀ। ਕੋਵਿਡ ਦਾ ਪ੍ਰਭਾਵ ਘੱਟ ਹੋਣ ਨਾਲ ਸਾਰੇ ਸੈਕਟਰਾਂ ਵਿੱਚ ਮੰਗ ਹੋਰ ਵਧੀ ਹੈ। ਮਾਰਚ 2022 ਤੱਕ ਅਸਾਮੀਆਂ 60% ਤੇ 10,12,900 ਦਾ ਅੰਕੜਾ ਪਾਰ ਕਰ ਚੁੱਕੀਆਂ ਨੇ। ਸਟੈਟਿਕਸ ਕੈਨੇਡਾ ਮੁਤਾਬਕ ਇਕੱਲੇ ਮਈ ਵਿੱਚ 40,000 ਲੋਕਾਂ ਨੂੰ ਨੌਕਰੀਆਂ ਮਿਲੀਆਂ। 1976 ਤੋਂ ਬਾਅਦ ਇਹ ਪਹਿਲੀ ਹੈ ਜਦੋਂ ਬੇਰੁਜ਼ਗਾਰੀ ਦਰ 5.1% ਦੇ ਨਿਊਨਤਮ ਦਰ ਤੇ ਆ ਗਈ ਹੈ। 2020-21 ਵਿੱਚ 11% ਤੱਕ ਪਹੁੰਚ ਗਈ ਸੀ। ਸਟੈਟਿਕਸ ਕੈਨੇਡਾ ਦੀ ਡਾਇਰੈਕਟਰ ਮਿਸ਼ੇਲ ਸਲੇਟਰ ਅਨੁਸਾਰ ਕੈਨੇਡਾ ਵਿੱਚ ਇਸ ਸਮੇਂ ਲੇਬਰ ਦੀ ਵੀ ਭਾਰੀ ਕਮੀ ਹੈ, ਜੋ ਪ੍ਰਵਾਸੀਆਂ ਰਾਹੀਂ ਪੂਰੀ ਹੋ ਸਕਦੀ ਹੈ। ਲਾਇਸੈਂਸ ਪ੍ਰਾਪਤ ਨਰਸਾਂ ਅਤੇ ਡਾਕਟਰ, ਫੂਡ ਬੇਵਰਜ਼ ਅਤੇ ਹੋਰ ਫੂਡ ਪ੍ਰੋਸੈਸਿੰਗ ਲੇਬਰ, ਹੋਮ ਸਪੋਰਟਸ ਵਰਕ, ਹਾਊਸਕੀਪਰ, ਡਰਾਈਵਰ, ਹੋਮ ਡਿਲੀਵਰੀ ਵਰਕਰ, ਘਰ ਵਿੱਚ ਕੇਅਰ ਟੇਕਰ ਦਾ ਕੰਮ ਕਰਨ ਵਾਲੇ, ਇਲੈਕਟ੍ਰੀਸ਼ੀਅਨ, ਪਲੰਬਰ, ਰਿਟੇਲ ਸਟੋਰਸ ਵਰਕਰ ਆਦਿ ਅਜਿਹੇ ਸੈਕਟਰ ਨੇ ਜਿੱਥੇ ਪ੍ਰਵਾਸੀ ਵਧੇਰੇ ਯੋਗਦਾਨ ਪਾ ਰਹੇ ਨੇ। ਕੈਨੇਡਾ ਇਮੀਗ੍ਰੇਸ਼ਨ ਨੇ ਵਰਕ ਪਰਮਿਟ ਵਿੱਚ ਵਾਧਾ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ ਤੇ ਇਸ ਐਲਾਨ ਨਾਲ ਉਹਨਾਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਜੋ ਪੜ੍ਹਾਈ ਦੇ ਨਾਲ-ਨਾਲ ਵਰਕ ਪਰਮਿਟ ਤੇ ਕੰਮ ਕਰਦੇ ਸੀ ਪਰ ਉਹਨਾਂ ਦਾ ਵਰਕ ਪਰਮਿਟ ਅੱਗੇ ਵਧਾਇਆ ਨਹੀਂ ਜਾ ਸਕਦਾ ਸੀ ਤੇ ਨਾਲ ਹੀ ਵਰਕ ਪਰਮਿਟ ਤੇ ਆਏ ਕਾਮਿਆਂ ਨੂੰ ਵੀ ਭਾਰੀ ਰਾਹਤ ਦਿੱਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇੰਟਰਨੈਸ਼ਨਲ ਵਿਦਿਆਰਥੀ ਜਿਨ੍ਹਾਂ ਦਾ ਸਤੰਬਰ 2021 ਵਿੱਚ ਵਰਕ ਪਰਮਿਟ ਖਤਮ ਹੋ ਗਿਆ ਸੀ ਤੇ ਉਹਨਾਂ ਲਈ ਇੱਕ ਵੱਡੀ ਮੁਸੀਬਤ ਬਣੀ ਹੋਈ ਸੀ, ਹੁਣ ਸਰਕਾਰ ਨੇ ਉਹਨਾਂ ਦੇ ਵਰਕ ਪਰਮਿਟ 'ਚ 18 ਮਹੀਨਿਆਂ ਦਾ ਵਾਅਦਾ ਕਰ ਦਿੱਤਾ, ਜਿਸ ਨਾਲ ਉਹ ਆਪਣੇ ਸਮੇਂ ਮੁਤਾਬਕ PR ਵੀ ਆਸਾਨੀ ਨਾਲ ਪਾ ਸਕਣਗੇ ਤੇ ਨਾਲ ਹੀ ਕੰਮ ਲਈ ਵਰਕ ਪਰਮਿਟ ਤੇ ਕੰਮ ਕਰਦੇ ਕਾਮਿਆਂ ਨੂੰ ਹੁਣ ਬਗੈਰ ਕਿਸੇ ਦੇਰ ਤੋਂ 18 ਮਹੀਨੇ ਅੱਗੇ ਹੋਰ ਵਰਕ ਪਰਮਿਟ ਮਿਲ ਜਾਏਗਾ। ਉਹਨਾਂ ਨੇ ਕਿਹਾ ਕਿ ਵਰਕ ਪਰਮਿਟ ਦਾ ਵਾਅਦਾ ਜੂਨ ਦੇ ਆਖਰੀ ਦਿਨਾਂ ਦੇ ਵਿੱਚ ਕੀਤਾ ਜਾਏਗਾ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਵੀਜ਼ਾ ਅਤੇ ਪੱਕੀ ਇਮੀਗ੍ਰੇਸ਼ਨ ਦੀਆਂ ਮਿਲ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਤਸੱਲੀ ਬਖਸ਼ ਤਰੀਕੇ ਨਾਲ ਚੱਲ ਰਿਹਾ ਹੈ। ਐਕਸਪ੍ਰੈਸ ਐਂਟਰੀ ਦੇ ਬੰਦ ਹੋਣ ਪਏ ਡਰਾ ਬਾਰੇ ਉਹਨਾਂ ਨੇ ਕਿਹਾ ਕਿ 6 ਜੁਲਾਈ ਤੋਂ ਸਾਰੇ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਡਰਾ ਬਹਾਲ ਕਰ ਦਿੱਤੇ ਜਾਣਗੇ। ਇਸ ਵਿੱਚ ਸਕਿਲਡ ਵਰਕਰਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ ਸ਼ਾਮਲ ਨੇ, ਜੋ ਕ੍ਰਮਵਾਰ ਦਸੰਬਰ 2020 ਅਤੇ ਸਤੰਬਰ 2021 ਤੋਂ ਬੰਦ ਨੇ। ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ 2015 ਤੋਂ ਚੱਲ ਰਿਹਾ ਹੈ, ਜਿਸ ਵਿੱਚ ਸਕਿਲਡ ਵਰਕਰਸ, ਸਕਿਲਡ ਟ੍ਰੇਡਰਸ, CEC ਅਤੇ PNP ਪ੍ਰੋਫਾਈਲਸ ਦੇ ਡਰਾ ਕੱਢੇ ਜਾਂਦੇ ਨੇ। EE ਵਿੱਚ ਦੇਸ਼ ਅਤੇ ਵਿਦੇਸ਼ ਤੋਂ ਲੋਕ ਮੁੱਖ ਤੌਰ ਤੇ ਆਪਣੀ ਵਿੱਦਿਆ, ਕਿੱਤੇ ਦੇ ਤਜਰਬੇ, ਭਾਸ਼ਾ ਦੇ ਗਿਆਨ ਅਤੇ ਉਮਰ ਦੇ ਆਧਾਰ ਤੇ ਪ੍ਰੋਫਾਈਲਸ ਦਾਖਲ ਕਰਦੇ ਨੇ ਤੇ ਜਿਨ੍ਹਾਂ ਵਿੱਚੋਂ ਉਹਨਾਂ ਦੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਯਾਨੀ ਕਿ CRS ਸਕੋਰ ਦੇ ਆਧਾਰ ਤੇ ਡਰਾ ਦਾ ਨਾਂ ਆਉਣ ਦੀ ਸੰਭਾਵਨਾ ਬਣਦੀ ਹੈ। ਸਮੇਂ ਦੇ ਚੱਲਦਿਆਂ ਜਿਨ੍ਹਾਂ ਉਮੀਦਵਾਰਾਂ ਦਾ ਡਰਾ ਨਿਕਲਦਾ ਹੈ ਉਹਨਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਮੰਤਰੀ ਫਰੇਜ਼ਰ ਨੇ ਇਹ ਵੀ ਕਿਹਾ ਕਿ ਡਰਾ ਤੋਂ ਬਾਅਦ ਮਿਲਦੀਆਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨਿਆਂ ਵਿੱਚ ਕਰ ਦੇਣ ਦਾ ਟੀਚਾ ਵੀ ਅਗਲੇ ਕੁਝ ਮਹੀਨਿਆਂ ਦੌਰਾਨ ਹਾਸਲ ਕਰ ਲਿਆ ਜਾਏਗਾ। ਇਸ ਸਮੇਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਕੋਲ ਅਰਜ਼ੀਆਂ ਦੀ ਗਿਣਤੀ ਲਗਭਗ 25 ਲੱਖ ਹੈ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾਣਾ ਹੈ। ਹੱਲੇ ਕੈਨੇਡਾ ਵਿੱਚ ਨੌਕਰੀ ਦੇ ਮੌਕੇ ਪਾਲ ਰਹੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕਾਉਂਟੀ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਵਧਾਉਣ ਦੀ ਪੇਸ਼ਕਸ਼ ਕਰ ਰਹੀ ਹੈ,
ਜਿਨ੍ਹਾਂ ਦੀ ਪਰਮਿਟ ਦੀ ਮਿਆਦ 20 ਸਤੰਬਰ 2021 ਅਤੇ 31 ਦਸੰਬਰ 2022। ਇੱਕ ਵਾਰੀ ਫਿਰ ਤੋਂ ਦੱਸ ਦਿੰਦੇ ਹਾਂ, 20 ਸਤੰਬਰ 2021 ਅਤੇ 31 ਦਸੰਬਰ 2022 ਦੇ ਵਿਚਕਾਰ ਸਮਾਪਤ ਹੋ ਗਈ ਹੈ ਜਾਂ ਸਮਾਪਤ ਹੋ ਜਾਏਗੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਨੁਸਾਰ ਅਜਿਹੇ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਯਾਨੀ ਕਿ PGWPP ਦੇ ਅਧੀਨ 18 ਮਹੀਨਿਆਂ ਦਾ ਵਾਧੂ ਓਪਨ ਵਰਕ ਪਰਮਿਟ ਦਿੱਤਾ ਜਾਏਗਾ। ਟਵੀਟ ਦੀ ਇੱਕ ਲੜੀ ਵਿੱਚ ਫਰੇਜ਼ਰ ਨੇ ਕਿਹਾ ਕਿ ਜਿਵੇਂ ਕਿ ਕੈਨੇਡਾ ਦੀ ਆਰਥਿਕਤਾ ਵਿੱਚ ਸੁਧਾਰ ਜਾਰੀ ਹੈ, ਉਂਝ ਸੈਂਕੜੇ ਹਜ਼ਾਰਾਂ ਨੌਕਰੀਆਂ ਭਰਨ ਦੀ ਉਡੀਕ ਵਿੱਚ ਨੇ। ਉਹਨਾਂ ਨੇ ਕਿਹਾ ਕਿ ਸਖਤ ਮਿਹਨਤ ਕਰਨ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟਸ ਆਪਣੇ ਭਾਈਚਾਰਿਆਂ ਅਤੇ ਸਾਡੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਨੂੰ ਅੰਤਰਰਾਸ਼ਟਰੀ ਗ੍ਰੈਜੂਏਟਸ ਲਈ ਵਧਾ ਰਹੇ ਹਾਂ, ਜਿਨ੍ਹਾਂ ਦੇ ਪਰਮਿਟਸ ਦੀ ਮਿਆਦ 20 ਸਤੰਬਰ 2021 ਅਤੇ 31 ਦਸੰਬਰ 2022 ਦੇ ਵਿਚਕਾਰ ਖਤਮ ਹੋ ਜਾਏਗੀ। ਮੰਤਰੀ ਨੇ ਦੱਸਿਆ ਕਿ ਹਜ਼ਾਰਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 18 ਮਹੀਨਿਆਂ ਦਾ ਵਾਧੂ ਓਪਨ ਵਰਕ ਪਰਮਿਟ ਮਿਲੇਗਾ, ਜਿਸ ਨਾਲ ਉਹਨਾਂ ਨੂੰ ਕੈਨੇਡਾ ਵਿੱਚ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਮਿਲੇਗਾ ਅਤੇ ਕਾਰੋਬਾਰਾਂ ਨੂੰ ਉਹਨਾਂ ਦੀ ਲੋੜ ਵਾਲੇ ਕਾਮੇ ਲੱਭਣ ਵਿੱਚ ਮਦਦ ਮਿਲੇਗੀ, ਜਦੋਂ ਕਿ ਸਾਨੂੰ ਵਿਸ਼ਵ ਵਿਆਪੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਆਗਿਆ ਦਿੱਤੀ ਜਾਏਗੀ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਵਿਸ਼ੇਸ਼ ਉਪਾਅ ਆਰਥਿਕਤਾ ਵਿੱਚ ਵਿਕਾਸ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ ਅਤੇ ਹੋਰ ਗ੍ਰੈਜੂਏਟਸ ਨੂੰ ਆਪਣਾ ਘਰ ਬਣਾਉਣ ਦੀ ਆਗਿਆ ਦੇਗਾ। ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਵਧਾਉਣ ਲਈ ਉਹਨਾਂ ਦੀ ਟੀਮ ਨਾਲ ਸਹਿਯੋਗ ਕੀਤਾ ਅਤੇ ਅੰਤਰਰਾਸ਼ਟਰੀ ਅਤੇ ਪੋਸਟ ਗ੍ਰੈਜੂਏਟਸ ਵਿਦਿਆਰਥੀਆਂ ਦਾ ਵੀ ਜੋ ਕੈਨੇਡਾ ਨੂੰ ਚੁਣਦੇ ਰਹਿੰਦੇ ਨੇ। ਵਿਸ਼ੇਸ਼ ਉਪਾਅ ਲਈ ਅਰਜ਼ੀ ਕਿਵੇਂ ਦੇਣੀ ਹੈ, ਇਸ ਬਾਰੇ ਜਾਣਕਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਦੇਸ਼ ਦੀ ਅਧਿਕਾਰਤ ਵੈਬਸਾਈਟ ਤੇ ਪੋਸਟ ਕੀਤੀ ਜਾਏਗੀ। ਜਿਹੜੇ ਵਿਦਿਆਰਥੀ ਯੋਗਤਾ ਪ੍ਰਾਪਤ ਕੈਨੇਡੀਅਨ ਮਨੋਨੀਤ ਸਿਖਲਾਈ ਸੰਸਥਾਵਾਂ ਤੋਂ ਗ੍ਰੈਜੂਏਟ ਹੋਏ ਨੇ, ਯਾਨੀ ਕਿ DLIS ਤੋਂ ਗ੍ਰੈਜੂਏਟ ਹੋਏ ਨੇ, ਉਹ PGWPP ਦੁਆਰਾ ਓਪਨ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਨੇ, ਜੋ ਉਹਨਾਂ ਨੂੰ ਕੈਨੇਡੀਅਨ ਕੰਮ ਦਾ ਲਾਭਦਾਇਕ ਅਨੁਭਵ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣਾ ਅਧਿਐਨ ਪ੍ਰੋਗਰਾਮ ਪੂਰਾ ਕਰ ਲਿਆ, ਉਹਨਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਜਦੋਂ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਆਪਣੀ ਅਰਜ਼ੀ ਤੇ ਫੈਸਲੇ ਦੀ ਉਡੀਕ ਕਰਦੇ ਨੇ, ਬਸ਼ਰਤੇ ਉਹ ਕੁਝ ਲੋੜਾਂ ਨੂੰ ਪੂਰਾ ਕਰਦੇ ਹੋਣ। ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਦਾ ਬੈਕਲੌਗ 24 ਲੱਖ ਤੋਂ ਟੱਪ ਚੁੱਕਾ। ਉਧਰ ਹਵਾਈ ਅੱਡਿਆਂ ਤੇ ਪਾਸਪੋਰਟ ਦਫ਼ਤਰਾਂ ਅੱਗੇ ਵੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਪਰ ਜਲਦੀ ਕੈਨੇਡਾ ਦੇ ਲੋਕਾਂ ਨੂੰ ਇਹਨਾਂ ਤੋਂ ਰਾਹਤ ਮਿਲ ਸਕਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਇੱਕ ਨਵੀਂ ਟਾਸਕ ਫੋਰਸ ਬਣਾ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸੰਬੰਧੀ ਐਲਾਨ ਕਰਦਿਆਂ ਦੱਸਿਆ ਕਿ ਨਵੀਂ ਬਣਾਈ ਗਈ ਟਾਸਕ ਫੋਰਸ ਹਵਾਈ ਅੱਡਿਆਂ, ਪਾਸਪੋਰਟ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਜਿਹੀਆਂ ਸਰਕਾਰੀ ਸੇਵਾਵਾਂ ਵਿੱਚ ਦੇਰੀ ਦਾ ਕਾਰਨ ਪਤਾ ਕਰਨ ਲਈ ਇਸ ਦੀ ਪੜਤਾਲ ਕਰੇਗੀ ਅਤੇ ਇਸ ਦੇ ਹੱਲ ਦੱਸੇਗੀ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਚੀਨ ਕੋਰੋਨਾ ਮਹਾਮਾਰੀ ਕਾਰਨ ਭਾਰਤ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਭੇਜਣ ਲਈ ਆਖਰਕਾਰ ਰਾਜ਼ੀ ਹੋ ਗਿਆ। ਜੀ ਹਾਂ, ਪਰ ਸਿੱਧੀ ਉਡਾਣ ਨਹੀਂ ਚਲਾ ਰਿਹਾ। ਇਸ ਕਾਰਨ ਦਿੱਲੀ ਤੋਂ ਬੀजिंग ਦੀ ਹਵਾਈ ਟਿਕਟ 2 ਲੱਖ ਰੁਪਏ ਤੋਂ ਵੱਧ ਵਿੱਚ ਵਿਕ ਰਹੀ ਹੈ। ਕੁਝ ਘੰਟਿਆਂ ਦੀ ਦੂਰੀ ਤੈਅ ਕਰਨ ਲਈ ਯਾਤਰੀਆਂ ਨੂੰ 45 ਤੋਂ 60 ਘੰਟੇ ਦਾ ਸਮਾਂ ਲੱਗ ਰਿਹਾ। ਅਜਿਹੇ 'ਚ ਚੀਨ ਤੇ ਦਬਾਅ ਵਧਾਉਣ ਲਈ ਭਾਰਤੀ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਹੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੁਕੀਆਂ ਸਿੱਧੀਆਂ ਉਡਾਣਾਂ ਨੂੰ ਬਹਾਲ ਕਰਨ ਤੇ ਚਰਚਾ ਹੋਈ। ਵਾਂਗ ਹੀ ਨੇ ਇਸ ਸਾਲ ਮਾਰਚ ਵਿੱਚ ਨਵੀਂ ਦਿੱਲੀ ਦੇ ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ S ਜੈਸ਼ੰਕਰ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ। ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਰਿਪੋਰਟ ਹੋਣ ਲੱਗੇ ਨੇ। ਬਾਅਦ ਵਿੱਚ ਕੇਂਦਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਦੇਸ਼ ਤੋਂ ਆਉਣ ਵਾਲੀ ਹਰ ਉਡਾਣ ਦੇ 2% ਯਾਤਰੀਆਂ ਦੇ RT-PCR ਟੈਸਟ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਰਾਜਾਂ ਨੂੰ ਪੱਤਰ ਜਾਰੀ ਕਰਕੇ ਉਕਤ ਸਲਾਹ ਦਿੰਦਿਆਂ ਕਿਹਾ ਕਿ ਸਾਰੇ ਪੋਜ਼ਿਟਿਵ ਨਮੂਨੇ ਜੀਨੋਮ ਸੀਕੁਐਂਸਿੰਗ ਲਈ ਕੇਂਦਰੀ ਪ੍ਰਯੋਗਸ਼ਾਲਾ 'ਚ ਭੇਜੇ ਜਾਣੇ ਚਾਹੀਦੇ ਨੇ ਅਤੇ ਅਜਿਹੇ ਯਾਤਰੀਆਂ ਨੂੰ ਕੋਵਿਡ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਲੱਗ-ਥਲੱਗ ਕਰਨ ਸਮੇਤ ਮੈਡੀਕਲ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਡਾਟਾ ਦਾ ਵਿਸ਼ਲੇਸ਼ਣ ਕਰਨ ਲਈ ਜ਼ਿੰਮੇਵਾਰ ਹੋਏਗਾ। ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ ਹੋਰ ਬਹੁਤ ਸਾਰੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟਸ ਲੈ ਕੇ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।